ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕਟ ਮਰੈ ਕਬੂ ਨ ਛਾੜੈ ਖੇਤ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਇਤਿਹਾਸ ਵਿੱਚ ਅਸੀਂ ਇਹ ਵਿਚਾਰਿਆ ਸੀ ਕਿ ਮੁਗਲਾਂ ਨੇ ਕੁਰਾਨ ਦੀਆਂ ਕਸਮਾਂ ਦੇ ਕੇ, ਪਹਾੜੀਆਂ ਨੇ ਗਊ ਦੀਆਂ ਕਸਮਾਂ ਖਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਲਈ ਕਿਹਾ ਸੀ। ਗੁਰੂ ਸਾਹਿਬ ਜੀ ਨੇ ਉਹਨਾਂ ਦੀ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਅਨੰਦਪੁਰ ਦਾ ਕਿਲਾ ਛੱਡਿਆ, ਪਰ ਗੁਰੂ ਸਾਹਿਬ ਜੀ ਹਲੇ ਕੀਰਤਪੁਰ ਦੇ ਲਾਗੇ ਸਰਸਾ ਨਦੀ ਦੇ ਕੋਲ ਹੀ ਪਹੁੰਚੇ ਸਨ ਕਿ ਵੈਰੀਆਂ ਨੇ ਇੱਕ ਜ਼ੋਰਦਾਰ ਹਮਲਾ ਸਿੱਖ ਫੌਜਾਂ ਤੇ ਕਰ ਦਿੱਤਾ। ਉਹਨਾਂ ਨੇ ਆਪਣੀਆਂ ਕਸਮਾਂ ਨੂੰ ਛਿੱਕੇ ਤੇ ਟੰਗ ਦਿੱਤਾ ਤੇ ਅਗੋਂ ਸਰਸਾ ਦੇ ਵਿੱਚ ਹੜ੍ਹ ਆਈ ਹੋਈ ਸੀ। ਸਰਸਾ ਦੇ ਕੰਢੇ ਤੇ ਭਾਰੀ ਯੁੱਧ ਹੋਇਆ। ਇਸ ਯੁੱਧ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਾਰਾ ਪਰਿਵਾਰ ਖੇਰੂ ਹੋ ਗਿਆ। ਭਾਈ ਉਦੈ ਸਿੰਘ ਜੀ ਇਸੇ ਸਥਾਨ ਤੇ ਸ਼ਹੀਦੀ ਪਾ ਗਏ। ਉਹਨਾਂ ਤੋਂ ਮਗਰੋਂ ਭਾਈ ਜੀਵਨ ਸਿੰਘ ਜੀ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਦਿੱਲੀ ਤੋਂ ਅਨੰਦਪੁਰ ਲਿਆਇਆ ਸੀ, ਭਾਈ ਜੀਵਨ ਸਿੰਘ ਜੀ ਨੇ ਭਾਈ ਉਦੈ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਜਥੇ ਦੀ ਕਮਾਨ ਸੰਭਾਲੀ। ਗੁਰੂ ਸਾਹਿਬ ਜੀ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਉਹਨਾਂ ਦੇ 2 ਵੱਡੇ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਅਤੇ ਨਾਲ 40 ਕੁ ਸਿੰਘ ਜੋ ਸਰਸਾ ਨਦੀ ਪਾਰ ਕਰਕੇ ਅੱਗੇ ਰੋਪੜ ਵੱਲ ਚੱਲ ਪਏ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਤੇ ਉਹਨਾਂ ਦੇ ਨਾਲ ਮਾਤਾ ਗੁਜਰ ਕੌਰ ਜੀ, ਉਹ ਗੰਗੂ ਬਹਿਮਣ ਦੇ ਨਾਲ ਪਿੰਡ ਸੇੜੀ ਵੱਲ ਤੁਰ ਪਏ। ਅਤੇ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਅਤੇ ਉਹਨਾਂ ਦੇ ਨਾਲ ਭਾਈ ਮਨੀ ਸਿੰਘ ਜੀ ਤੇ ਦਿੱਲੀ ਤੋਂ ਭਾਈ ਜਵਾਹਰ ਸਿੰਘ ਜੀ ਆਦਿ ਸਿੰਘ, ਇਹ ਦਿੱਲੀ ਵੱਲ ਨੂੰ ਤੁਰ ਪਏ। ਤੇ ਜਿੱਥੇ ਮਾਤਾ ਸਾਹਿਬ ਕੌਰ, ਭਾਈ ਮਨੀ ਸਿੰਘ ਅਤੇ ਮਾਤਾ ਸੁੰਦਰ ਕੌਰ ਜੀ ਭਾਈ ਜਵਾਹਰ ਸਿੰਘ ਦੇ ਘਰ ਠਹਿਰੇ। ਸਰਸਾ ਨਦੀ ਪਾਰ ਕਰਨ ਉਪਰੰਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਅਗਲਾ ਪੜਾਅ ਚਮਕੌਰ ਵਿਖੇ ਦੱਸਿਆ ਗਿਆ ਹੈ। ਚਮਕੌਰ ਦੀਆਂ ਸੰਗਤਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਤੇ ਸਿੰਘਾਂ ਦਾ ਨਿੱਘਾ ਸਵਾਗਤ ਕੀਤਾ। ਸਿੰਘਾਂ ਨੂੰ ਭੋਜਨ ਛਕਾਇਆ ਗਿਆ, ਕੱਪੜੇ ਲੀਰੇ ਆਦਿ ਦੇ ਨਾਲ ਸਿੰਘਾਂ ਦੀ ਸੇਵਾ ਕੀਤੀ ਗਈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਪਹੁੰਚ ਕੇ ਇਥੇ ਆਸਾ ਦੀ ਵਾਰ ਦਾ ਕੀਰਤਨ ਵੀ ਕੀਤਾ। ਸ਼ਾਮ ਤੱਕ ਗੁਰੂ ਸਾਹਿਬ ਜੀ ਗਾੜੀ ਵਿੱਚ ਪਹੁੰਚ ਗਏ। ਉਧਰੋਂ ਜਿਹੜੀਆਂ ਮੁਗਲ ਫੌਜਾਂ ਦਿੱਲੀ ਤੋਂ ਇੱਕ ਜ਼ੋਰਦਾਰ ਹਮਲਾ ਕਰਨ ਦੇ ਲਈ ਅਨੰਦਪੁਰ ਵੱਲ ਵਧ ਰਹੀਆਂ ਸਨ, ਉਹ ਵੀ ਅਨੰਦਪੁਰ ਦੇ ਲਾਗੇ ਪਹੁੰਚ ਰਹੀਆਂ ਸਨ। ਵਜ਼ੀਰ ਖਾਨ ਤੇ ਪਹਾੜੀ ਰਾਜੇ ਵੀ ਇੱਕ ਜ਼ੋਰਦਾਰ ਹਮਲਾ ਕਰਨ ਦੇ ਲਈ ਤਿਆਰ ਹੋ ਚੁੱਕੇ ਸਨ। ਗੁਰੂ ਸਾਹਿਬ ਇਹ ਜਾਣਦੇ ਸਨ ਚਮਕੌਰ ਤੋਂ ਅੱਗੇ ਜਾਣਾ ਹੁਣ ਇਸ ਠੀਕ ਨਹੀਂ ਰਹੇਗਾ। ਇਸ ਲਈ ਚਮਕੌਰ ਦੇ ਵਿੱਚ ਇੱਕ ਗਣੀ ਨਵਾਂ ਹਵੇਲੀ
ਜਿਸ ਨੂੰ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਬੁੱਧੀ ਚੰਦ ਦੀ ਹਵੇਲੀ ਕਰਕੇ ਦੱਸਿਆ ਹੈ। ਇਸ ਹਵੇਲੀ ਵਿੱਚ ਠਹਿਰ ਕੇ, ਇਸ ਹਵੇਲੀ ਵਿੱਚ ਰੁਕ ਕੇ ਮੁਗਲ ਸੈਨਾ ਤੇ ਪਹਾੜੀ ਸੈਨਾ ਦਾ ਮੁਕਾਬਲਾ ਕਰਨ ਦੀ ਵਿਉਂਤਬੰਦੀ ਕੀਤੀ। ਗੁਰੂ ਸਾਹਿਬ ਜੀ ਨੇ ਆਪਣੇ ਸਿੰਘਾਂ ਨੂੰ, ਸਿਪਾਹੀਆਂ ਨੂੰ ਇਹ ਗੱਲ ਸਮਝਾ ਦਿੱਤੀ ਕਿ ਵੈਰੀਆਂ ਅੱਗੇ ਕਿਸੇ ਵੀ ਸੂਰਤ ਵਿੱਚ ਹਥਿਆਰ ਨਹੀਂ ਸੁੱਟਣੇ ਹਨ। ਉਹਨਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਪਾਉਣੀ, ਇਸ ਨੂੰ ਹੀ ਪਹਿਲ ਦੇਣੀ ਹੈ। ਸਿੱਖ ਸਿਪਾਹੀ ਜਿਹੜੇ ਭੁੱਖੇ ਤਿਹਾਏ ਸਨ, ਕਈ ਚਿਰਾਂ ਤੋਂ ਭੁੱਖੇ ਸਨ ਤੇ ਇੱਕ ਭਾਰੀ ਮੁਸੀਬਤ ਦੇ ਵਿੱਚ ਸਨ। ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਆਪਣਾ ਸਭ ਕੁਝ ਵਾਰਨ ਲਈ ਤਿਆਰ ਬੈਠੇ ਸਨ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਇੱਕ ਇਸ਼ਾਰੇ ਤੇ ਆਪਣੀ ਜਾਨਾਂ ਦੀ ਬਾਜ਼ੀ ਲਾਉਣ ਲਈ ਉਹ ਤਿਆਰ ਬੈਠੇ ਸਨ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਸਾਰੀ ਸੰਗਤ ਦੇ ਨਾਲ ਕੀਤਾ ਤੇ ਆਪਣੇ ਸਿੱਖਾਂ ਨੂੰ ਆਉਣ ਵਾਲੇ ਸਮੇਂ ਦੇ ਬਾਰੇ ਸਮਝਾਇਆ। ਇਤਿਹਾਸ ਦੱਸਦਾ ਹੈ ਕਿ ਉਧਰੋਂ ਮੁਗਲ ਫੌਜ, ਪਹਾੜੀ ਰਾਜੇ ਅਤੇ ਦਿੱਲੀ ਤੋਂ ਜਿਹੜੀ ਲਸ਼ਕਰ ਆ ਰਿਹਾ ਸੀ, ਇਹਨਾਂ ਦੀ ਗਿਣਤੀ ਲੱਖਾਂ ਦੇ ਵਿੱਚ ਸੀ ਤੇ ਇਹ ਲੱਖਾਂ ਦੀ ਗਿਣਤੀ ਚਮਕੌਰ ਵੱਲ ਵੱਧ ਰਹੀ ਸੀ। ਗੁਰੂ ਸਾਹਿਬ ਜੀ ਨੇ ਇਸ ਗੜ੍ਹੀਨੁਮਾ ਹਵੇਲੀ ਦੇ ਵਿੱਚ ਪਨਾਹ ਲਈ ਤੇ ਵੈਰੀਆਂ ਦਾ ਮੁਕਾਬਲਾ ਕਰਨ ਦੀ ਵਿਉਂਤਬੰਦੀ ਕੀਤੀ ਗਈ। ਉਧਰ ਵੈਰੀਆਂ ਨੇ ਚਮਕੌਰ ਦੇ ਵਿੱਚ ਪਹੁੰਚ ਕੇ ਸਵੇਰ ਅੰਮ੍ਰਿਤ ਵੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਲਲਕਾਰਿਆ। 8 ਪੌ ਦੀ ਸਵੇਰ 22 ਦਸੰਬਰ ਸਨ 1704 ਨੂੰ ਚਮਕੌਰ ਦੀ ਧਰਤੀ ਤੇ ਇੱਕ ਅਨੋਖਾ ਯੁੱਧ ਛਿੜਿਆ। ਇੱਕ ਪਾਸੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ 2 ਸਾਹਿਬਜ਼ਾਦੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪ ਤੇ ਨਾਲ 40 ਕੋ ਸਿੰਘ, ਤੇ ਇੱਕ ਪਾਸੇ ਲੱਖਾਂ ਦੀ ਤਾਦਾਦ ਵਿੱਚ ਲਸ਼ਕਰ। ਤੇ ਇਸ ਮੈਦਾਨ ਦੇ ਵਿੱਚ ਸੰਸਾਰ ਦਾ ਸਭ ਤੋਂ ਅਨੋਖਾ ਯੁੱਧ ਜਿਹੜਾ ਸੀ ਉਹ ਹੋਣ ਜਾ ਰਿਹਾ ਸੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਵੈਰੀਆਂ ਨੇ ਲਲਕਾਰਿਆ ਕਿ ਤੁਸੀਂ ਹਥਿਆਰ ਸੁੱਟ ਦਿਓ ਤੇ ਆਪਣੇ ਆਪ ਨੂੰ ਮੁਗਲ ਸੈਨਾ ਦੇ ਹਵਾਲੇ ਕਰ ਦਿਓ। ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਹਨਾਂ ਦਾ ਜਵਾਬ ਤੀਰਾਂ ਦੇ ਨਾਲ ਦਿੱਤਾ। ਇਤਿਹਾਸ ਇਹ ਵੀ ਲਿਖਦਾ ਹੈ ਕਿ ਇੱਕ ਸਲਾਹਕਾਰ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪਰ ਵੀ ਭੇਜਿਆ ਗਿਆ ਤੇ ਮੁਗਲ ਸੈਨਾ ਦਾ ਸੰਦੇਸ਼ ਗੁਰੂ ਗੋਬਿੰਦ ਸਿੰਘ ਤੱਕ ਪਹੁੰਚਾਇਆ ਗਿਆ। ਪਰ ਬਾਬਾ ਅਜੀਤ ਸਿੰਘ ਜੀ ਨੇ ਉਸ ਨੂੰ ਲਲਕਾਰਿਆ ਕਿਉਂਕਿ ਉਸਨੇ ਗੁਰੂ ਸਾਹਿਬ ਪ੍ਰਤੀ, ਸਿੱਖਾਂ ਪ੍ਰਤੀ ਬਹੁਤ ਕੜਵੇ ਸ਼ਬਦ ਬੋਲੇ ਸਨ ਤੇ ਗੁਰੂ ਸਾਹਿਬ ਜੀ ਨੇ, ਸਾਹਿਬਜ਼ਾਦਾ ਅਜੀਤ ਸਿੰਘ ਨੇ ਉਹਨੂੰ ਲਲਕਾਰ ਕੇ ਆਖਿਆ ਕਿ ਹੁਣ ਫੈਸਲਾ ਜਿਹੜਾ ਹੈ ਉਹ ਜੰਗ ਦੇ ਮੈਦਾਨ ਵਿੱਚ ਹੀ ਹੋਏਗਾ। ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਚਮਕੌਰ ਛੱਡਣ ਲਈ ਕਿਹਾ ਤੇ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਤੁਸੀਂ ਚਮਕੌਰ ਛੱਡ ਕੇ ਸੁਰੱਖਿਅਤ ਨਿਕਲ ਜਾਓ ਆਪਣੇ ਲਖਤੇ ਜਿਗਰਾਂ ਨੂੰ ਨਾਲ ਲੈ ਕੇ। ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਗੱਲ ਉਹਨਾਂ ਸਾਹਮਣੇ ਰੱਖੀ ਹੈ, ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ? ਤੁਸੀਂ ਸਾਰੇ ਮੇਰੇ ਸਾਹਿਬਜ਼ਾਦੇ ਹੋ। ਇੱਥੇ ਸ਼ਹੀਦ, ਜੇ ਤੁਸੀਂ ਸ਼ਹੀਦੀ ਪਾਣੀ ਹੈ ਤਾਂ ਸ਼ਹੀਦੀ ਮੈਂ ਵੀ ਪਾਣੀ ਹੈ। ਸੋ ਗੁਰੂ ਸਾਹਿਬ ਜੀ ਦੀ ਇਹ ਵਿਚਾਰ ਸੁਣ ਕੇ ਸਿੱਖਾਂ ਦੇ ਹੌਸਲੇ ਜਿਹੜੇ ਸਨ ਹੋਰ ਵੀ ਬੁਲੰਦ ਹੋ ਗਏ ਸਨ। ਇੱਕ ਵਿਉਂਤ ਬਣਾਈ ਗਈ ਕਿ ਗੜੀ ਤੋਂ 5-5 ਸਿੰਘਾਂ ਦਾ ਜਥਾ ਜਿਹੜਾ ਹੈ ਉਹ ਵੈਰੀ ਦਲ ਦਾ ਮੁਕਾਬਲਾ ਕਰਨ ਲਈ ਮੈਦਾਨੇ ਜੰਗ ਵਿੱਚ ਜੂਝੇਗਾ ਤੇ ਚੜ੍ਹਦੀ ਕਲਾ ਦੇ ਨਾਲ, ਜੋਸ਼ ਦੇ ਨਾਲ, ਸਿੱਖੀ ਸਿੱਧਕ ਦੇ ਨਾਲ ਸ਼ਹਾਦਤਾਂ ਦਾ ਇਤਿਹਾਸ ਘੜੇਗਾ। ਤੇ ਇਹ ਜਿਹੀ ਕੀਤਾ ਗਿਆ। ਪਹਿਲਾ ਜਥਾ ਗੜੀ ਚੋਂ ਬਾਹਰ ਨਿਕਲਿਆ, ਜੈਕਾਰੇ ਗਜਾਏ ਗਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੰਗ ਦੇ ਮੈਦਾਨ ਦਾ ਮੰਜ਼ਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਨਾਲ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਦੇ ਨਾਲ ਤੇ ਕੁਝ ਹੋਰ ਮੁਖੀ ਸਿੰਘਾਂ ਦੇ ਨਾਲ ਗੜੀ ਦੀ ਮਮਟੀ ਤੋਂ ਵੇਖ ਰਹੇ ਸਨ। ਸਿੰਘਾਂ ਨੇ ਜਾਂਦਿਆਂ ਹੀ ਜ਼ਾਲਮਾਂ ਦੇ ਅਹੂ ਲਾਏ,
ਜੈਕਾਰਿਆਂ ਦੇ ਨਾਲ ਚਮਕੌਰ ਦਾ ਮੈਦਾਨ ਗੂੰਜ ਉੱਠਿਆ। ਕਾਫੀ ਸਮਾਂ ਲੜਨ ਤੋਂ ਬਾਅਦ ਇਹ ਸਿੰਘ ਸੂਰਬੀਰਤਾ ਦੇ ਨਾਲ ਸ਼ਹਾਦਤਾਂ ਪਾ ਗਏ। ਦੂਜਾ ਜਥਾ ਵੀ ਮੈਦਾਨ ਦੇ ਵਿੱਚ ਉਸੇ ਜੋਸ਼, ਉਸੇ ਜਜ਼ਬੇ ਦੇ ਨਾਲ ਵੈਰੀਆਂ ਦਾ ਮੁਕਾਬਲਾ ਕਰਦਾ ਹੋਇਆ ਸ਼ਹੀਦੀ ਪਾ ਗਿਆ। ਉਪਰੰਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਾਬਾ ਅਜੀਤ ਸਿੰਘ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਹੁਣ ਮੈਦਾਨ ਜੰਗ ਵਿੱਚ ਵੈਰੀਆਂ ਦੇ ਆਹੂ ਲਾਣੇ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਆਪਣੇ ਲਖਤੇ ਜਿਗਰ ਨੇ ਇਹ ਜਵਾਬ ਦਿੱਤਾ ਕਿ ਨਾਮ ਕਾ ਅਜੀਤ ਹੂੰ, जीता नहीं जाऊंगा, जीता गया अगर तो फिर लौट के नहीं आऊंगा। सो गुरु गोबिंद सिंह पातशाह ने अपने लखते जिगर नूं अपने सीने नाल लाया ते मैदान विच जाण लई थापड़ा दिता। गुरु साहब जी ने उन्हां दे नाल 8 को सिंह जिहड़े सन मैदाने जंग विच भेजे। बाबा अजीत सिंह जी बोले सोनेहाल सत श्री अकाल दे जयकारे लाउंदे होए चमकौर दे मैदान विच पहुंचे। तीरां दी विचार की गई। गुरु साहब जी भी ममटी तो यह सारा नजारा देख रहे सन कि किस जज्बे दे नाल बाबा अजीत सिंह जी वैरियां दे आहू ला रहे हैं, वैरियां दा मुकाबला कर रहे ने। बाबा अजीत सिंह ने ਜ਼ਾਲਮਾਂ ਦਾ नाश किया, कईयां नूं मार मुकाया। उन्हां दे नाल 8 सिंह जिहड़े आए सन, कई सिंह शहीदी पा गए। बाबा अजीत सिंह दा घोड़ा भी जख्मी हो गया। बाबा अजीत सिंह जी ने अपना बरछा एक सैनिक दे वल धोसिया। वो बरछा भी सैनिक दे संजोग विच फस गया ते उस मुड़न कारण बाबा जी ने फिर अपनी तलवार नूं अपनी म्यान विचों कढ़िया ते वैरियां दे आहू लाए। ते कवि सैनापति ने इस पूरे वातावरण नूं बड़े सुंदर तरीके दे नाल पेश किया है कि किस तरीके दे नाल बाबा अजीत सिंह जी, किस जरूरत दे नाल बाबा अजीत सिंह जी ने वैरियां दा मुकाबला किया है। वो लगता है टूट के सांग दोए टूक होए पोए परी, गही तलवार दल दल बहुत मारे, एक के शीस तर दोए टुकड़े करे, दोए के शीस तर करत चारे, पांत ए पूर परवा दीने कहीं रकत दरियाओं में परे सारे। फिर वारियां ने इको दम बाबा अजीत सिंह जी दे हमला किया। तीरां दे नाल बाबा अजीत सिंह दे पूरे जिस्म नूं विन छड़िया ते बाबा अजीत सिंह जी बोले सोनेहाल सत श्री अकाल दे जयकारे गजांदे होए एक अजीम शहादत चमकौर दे इस मैदान दे विच पा गए। अपने वड्डे भरा नूं शहीद होंदा वेख बाबा जुझार सिंह जी जयकारे गजांदे होया अपने पिता गुरु गोबिंद सिंह पातशाह तो जंग दे मैदान विच जाउण दी आग्या मंगी। गुरु गोबिंद सिंह पातशाह ने अपने दूजे फरजंद बाबा जोरावर सिंह नूं आप हथी शस्त्र सजाए ते जंग दे विच विदा कीता। उन्हां दे नाल 5 सिंह नाल गए। जयकारे गजांदे होए बाबा जोरावर सिंह ने वैरियां दे आहू लाए ते लड़दे लड़दे वो मैदाने जंग दे विच शहादत पा गए। अपने दोवां साहिबजादियां दी शहादत नूं वेखदियां गुरु गोबिंद सिंह पातशाह ने बोले सोनेहाल सत श्री अकाल दा जयकारा गजाया ते उस अकाल पुरख वल मुंह करके ये अरदास कीती कि अकाल पुरख तेरा शुक्र है कि आज दोवें साहिबजादे धर्म दे इस युद्ध दे विच पास हो गए ने ते दोवें साहिबजादे आज कौम दी खातर धर्म दी खातर शहादत पा गए ने। ये अकाल पुरख आज तेरी अमानत तेनू लौटा दी है। संसार दे विच है कोई ऐसा हो रहनुमा, है कोई ऐसा गुरु, है कोई ऐसा पैगंबर जिहड़े अपने लखते जिगरां दी शहादत ते भी उस अकाल पुरख दा शुक्र मनाए। सो
ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਰਗੀ ਹੋਰ ਸ਼ਖਸੀਅਤ ਸੰਸਾਰ ਦੇ ਵਿੱਚ ਨਹੀਂ ਲੱਭਣੀ ਜਿਸ ਨੇ ਧਰਮ ਦੀ ਖਾਤਰ ਆਪਣੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਵੀ ਉਸ ਅਕਾਲ ਪੁਰਖ ਦਾ ਸ਼ੁਕਰ ਕੀਤਾ ਹੈ। ਸੋ ਆਓ ਅੱਜ ਦਾ ਇਤਿਹਾਸ ਇੰਨੇ ਕੋ ਹਾਜ਼ਰੀ ਪ੍ਰਵਾਨ ਕਰਨੀ। ਕੱਲ ਅੱਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਦੋਂ ਚਮਕੌਰ ਦੀ ਗੜੀ ਖਾਲਸੇ ਦੇ ਹੁਕਮ ਅਨੁਸਾਰ ਛੱਡੀ ਹੈ, ਉਸ ਤੋਂ ਬਾਅਦ ਇਤਿਹਾਸ ਇਸ ਛੋਟੇ ਸਾਹਿਬਜ਼ਾਦੇ ਦੀ ਸ਼ਹੀਦੀ ਦਾ ਇਤਿਹਾਸ, ਮਾਤਾ ਗੁਜਰ ਕੌਰ ਦੀ ਸ਼ਹਾਦਤ ਦਾ ਇਤਿਹਾਸ, ਇਹ ਆਪ ਜੀ ਦੇ ਸਾਹਮਣੇ ਰੱਖਾਂਗੇ। ਸੋ ਇਨੀ ਕੋ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ।